ਇੰਜੀਨੀਅਰਿੰਗ ਮੈਥਮੈਟਿਕਸ ਦੇ ਲੈਕਚਰਾਂ ਵਿੱਚ ਤੁਹਾਡਾ ਸਵਾਗਤ ਹੈ ਅਤੇ ਇਹ ਲੈਕਚਰ ਨੰਬਰ 23 ਹੈ। ਅਸੀਂ ਖਾਸ ਤੌਰ ਤੇ ਇੰਟੀਗਰਲ ਇੰਪਰੋਪਰ ਵਿੱਚ ਇੰਟੀਗਰਲ ਕੈਲਕੂਲਸ ਬਾਰੇ ਗੱਲ ਕਰ ਰਹੇ ਹਾਂ, ਇਸ ਲਈ ਟਾਈਪ 1 ਇੰਟੀਗਰਲ ਦੇ ਕਨਵਰਜੈਂਸ ਤੇ ਚਰਚਾ ਕੰਟੀਨਿਊ ਰਹੇਗੀ। ਹੁਣ ਸਾਡੇ ਕੋਲ ਇੱਕ ਹੋਰ ਟੈਸਟ ਹੈ ਜਿਸ ਬਾਰੇ ਪਿਛਲੇ ਲੈਕਚਰ ਵਿੱਚ ਚਰਚਾ ਨਹੀਂ ਕੀਤੀ ਗਈ ਸੀ, ਜਿਸ ਨੂੰ ਡਾਇਰੀਕਲੇਟਸ ਟੈਸਟ ਕਿਹਾ ਜਾਂਦਾ ਹੈ ਅਤੇ ਇਹ ਦੁਬਾਰਾ ਟਾਈਪ 1 ਇੰਟੀਗਰਲ ਇੰਪਰੋਪਰ ਦੇ ਕਨਵਰਜੈਂਸ ਦੀ ਟੈਸਟਿੰਗ ਲਈ ਟਾਈਪ 1 ਦਾ ਇੰਟੀਗਰਲ ਹੈ, ਇਸ ਲਈ ਇੱਥੇ ਅਸੀਂ ਮੰਨਦੇ ਹਾਂ ਇਹ f ਅਤੇ g ਇਹ ਤੋਂ ਇਨਫਿਨਿਟੀ ਤੱਕ ਪਰਿਭਾਸ਼ਿਤ ਕੀਤੇ ਗਏ ਦੋ ਫੰਕਸ਼ਨਸ ਹਨ ਅਤੇ ਉਹ ਰੀਅਲ ਵੈਲਿਊ ਲੈ ਰਹੇ ਹਨ, ਅਤੇ ਉਹ ਅਜਿਹੇ ਹਨ ਕਿ f ਹਰੇਕ ਇੰਟਰਵਲ ਤੇ ਇੰਟੀਗਰੇਬਲ ਹੁੰਦਾ ਹੈ। b ਅਤੇ b ਤੋਂ ਵੱਡੀ ਕੋਈ ਵੀ ਵੈਲਿਊ ਲੈ ਸਕਦਾ ਹੈ, ਇਸ ਲਈ ਇਹ f ਹਰੇਕ ਇੰਟੀਗਰਲ a ਤੋਂ b ਤੇ ਇੰਟੀਗਰੇਬਲ ਹੈ। ਅਤੇ ਦੂਜੀ ਇੱਕ ਇੰਟੀਗਰਲ a ਇਸ f(x) ਦੀ ਇਹ ਦੂਜੀ ਕੰਡੀਸ਼ਨ ਹੈ। ਇਹ ਇੰਟੀਗਰਲ ਯੂਨੀਫਾਰਮਲ ਬਾਉਂਡਡ ਹਨ, ਇਸ ਲਈ ਇੰਟੀਗਰਲਸ ਦਾ ਮਤਲਬ ਹੈ ਕਿ ਇਹ b ਕੋਈ ਵੀ ਵੈਲਿਊ ਲੈ ਸਕਦਾ, ਇਸ ਲਈ ਅਸੀਂ b ਤੇ ਪਾਬੰਦੀ ਨਹੀਂ ਲਗਾ ਰਹੇ ਹਾਂ। ਇਹ ਇੱਥੇ ਇੰਟੀਗਰਲ ਯੂਨੀਫਾਰਮਲੀ ਬਾਉਂਡਡ ਹਨ, ਤਾਂ ਇਸ ਦਾ ਕੀ ਅਰਥ ਹੈ ਕਿ ਇੱਥੇ ਨੰਬਰ c ਐਗਜ਼ਿਸਟ ਹੈ। ਕੌਨਸਟੈਂਟ c ਸਿਫਰ ਤੋਂ ਵੱਡਾ ਹੈ। ਜਿਵੇਂ ਕਿ ਇਸ ਇੰਟੀਗਰਲ ਦੀ ਵੈਲਿਊ ਇਸ ਇੰਟੀਗਰਲ a ਤੋਂ b f(x) dx ਦੀ ਐਬਸੋਲਿਊਟ ਵੈਲਿਊ ਉਸ ਕੌਨਸਟੈਂਟ ਦੇ ਇਕੁਅਲ ਤੋਂ ਘੱਟ ਹੈ ਅਤੇ ਸਾਰੇ b a ਤੋਂ ਵੱਡੇ ਹਨ। ਕੁਦਰਤੀ ਤੌਰ ਤੇ b ਕੁਝ ਫਾਈਨਾਈਟ ਨੰਬਰ ਹੈ ਜਿਸ ਬਾਰੇ ਗੱਲ ਕਰ ਰਹੇ ਹਾਂ। ਇੱਥੇ b ਦੀ ਕੋਈ ਵੀ ਵੈਲਿਊ ਜੋ ਕਿ a ਤੋਂ ਵੱਡੀ ਹੈ। ਜੇ ਇਹ ਇੰਟੀਗਰਲ a ਕੌਨਸਟੈਂਟ c ਨਾਲ ਬਾਉਂਡਡ ਹੈ ਤਾਂ ਇਹ c ਇੱਥੇ ਨੰਬਰ b ਤੇ ਡਿਪੈਂਡ ਨਹੀਂ ਕਰਦਾ। ਉਸ ਕੇਸ ਵਿੱਚ ਅਸੀਂ ਕਹਿੰਦੇ ਹਾਂ ਕਿ ਇਹ ਯੂਨੀਫਾਰਮਲੀ ਬਾਉਂਡਡ ਹੈ, ਇਸ ਲਈ ਇਹ ਬਾਉਂਡ ਇਸ b ਤੋਂ ਇੰਡੀਪੈਂਡੈਂਟ ਹੈ। ਫਿਰ ਅਸੀਂ ਕਹਿੰਦੇ ਹਾਂ ਕਿ ਇਹ ਇੰਟੀਗਰਲ ਯੂਨੀਫਾਰਮਲੀ ਹੈ। ਇਹ ਇੰਟੀਗਰਲ ਕੀ ਯੂਨੀਫਾਰਮਲੀ ਬਾਉਂਡਡ ਹੈ। ਇਹ f ਤੇ ਦੋ ਕੰਡੀਸ਼ਨਸ ਹਨ, f ਇੰਟੀਗਰੇਬਲ ਹੈ ਅਤੇ ਇਹ ਯੂਨੀਫਾਰਮ ਹੈ। ਇਹ ਇੰਟੀਗਰਲਸ ਯੂਨੀਫਾਰਮਲੀ ਬਾਉਂਡਡ ਹਨ ਅਤੇ ਫੰਕਸ਼ਨ g ਮੋਨੋਟੋਨ ਹੈ ਅਤੇ ਬਾਉਂਡਡ ਹੈ, ਤਾਂ ਦੁਬਾਰਾ g ਜਾਂ ਤਾਂ ਮੋਨੋਟੋਨਿਕਲੀ ਇਨਕਰੀਜ਼ਿੰਗ ਜਾਂ ਮੋਨੋਟੋਨਿਕਲੀ ਡਿਕਰੀਜ਼ਿੰਗ ਹੋ ਰਿਹਾ ਹੈ ਅਤੇ ਬਾਉਂਡਡ ਇਸ ਲਈ ਇਹਨਾਂ ਫੰਕਸ਼ਨਾਂ ਦੀ ਵੈਲਿਊਜ਼ ਵੀ ਫਾਈਨਾਈਟ ਬਾਉਂਡਡ ਹਨ। ਅਤੇ ਫਿਰ ਸਾਡੇ ਕੋਲ ਇਹ ਲਿਮਿਟ ਹੈ ਕਿਉਂਕਿ x ਇਨਫਿਨਿਟੀ ਦੇ ਨੇੜੇ ਪਹੁੰਚਦਾ ਹੈ। ਇਹ g x ਸਿਫਰ ਹੈ, ਇਸ ਲਈ ਇਹ g ਇਹ ਮੋਨੋਟੋਨਿਕ ਫੰਕਸ਼ਨ ਹੈ ਜੋ ਕਿ ਸਿਫਰ ਦੇ ਨੇੜੇ ਆ ਰਿਹਾ ਹੈ। ਜਿਵੇਂ ਕਿ x ਇਨਫਿਨਿਟੀ ਦੇ ਨੇੜੇ ਆ ਰਿਹਾ ਹੈ ਤਾਂ ਇਹ ਇੱਕ ਹੋਰ ਕੰਡੀਸ਼ਨ ਹੈ ਅਤੇ ਉਸ ਕੇਸ ਵਿੱਚ ਇਹ ਇੰਪਰੋਪਰ ਇੰਟੀਗਰਲ a ਤੋਂ ਇਨਫਿਨਿਟੀ f(x) gx dx ਹੈ, ਇਸ ਲਈ ਸਾਡੇ ਕੋਲ ਹੁਣ ਇੰਟੀਗਰੈਂਟ f(x) gx ਵਿੱਚ ਪ੍ਰੋਡਕਟ ਅਤੇ ਇਹ ਕਨਵਰਜ ਕਰਦਾ ਹੈ। ਇਹ ਨਤੀਜਾ ਹੈ। ਇਸ ਨਤੀਜੇ ਦੇ ਪ੍ਰੂਫ ਰਾਹੀਂ ਨਹੀਂ ਜਾਵਾਂਗੇ, ਇਸ ਲਈ ਇੱਥੇ ਕੀ ਮਹੱਤਵਪੂਰਨ ਹੈ ਇਹ ਜਾਂਚਣਾ ਮਹੱਤਵਪੂਰਨ ਹੈ ਕਿ ਇੱਥੇ ਇਹ ਇੰਟੀਗਰਲ ਯੂਨੀਫਾਰਮਲੀ ਬਾਉਂਡਡ ਹਨ। ਮਤਲਬ ਸਾਨੂੰ ਇਸ ਇੰਟੀਗਰਲ ਨੂੰ ਕੰਪਿਊਟ ਕਰਨਾ ਪਏਗਾ ਅਤੇ ਵੇਖਾਂਗੇ ਕਿ ਅਸੀਂ ਉਸ ਇੰਟੀਗਰਲ ਨੂੰ ਕੁਝ ਕੌਨਸਟੈਂਟ c ਨਾਲ ਬਾਉਂਡ ਕਰ ਸਕਦੇ ਹਾਂ ਜੋ ਕਿ ਇੱਥੇ ਕਿਸੇ ਵੀ ਫਾਈਨਾਈਟ ਨੰਬਰ b ਲਈ ਇਸ ਨੰਬਰ b ਤੋਂ ਇੰਡੀਪੈਂਡੈਂਟ ਹੈ। ਜੇ ਅਸੀਂ ਅਜਿਹਾ ਕਰ ਸਕਦੇ ਹਾਂ ਤਾਂ ਸਾਡੇ ਕੋਲ ਇਹ ਕੰਡੀਸ਼ਨ ਯੂਨੀਫਾਰਮਲੀ ਅਨਬਾਉਂਡਡਨੈਸ ਹੈ ਅਤੇ g ਤੋਂ ਦੂਜਾ ਫਿਰ ਮੋਨੋਟੋਨ ਹੈ ਅਤੇ ਇਸ ਲਈ ਮੋਨੋਟੋਨਿਕਲੀ ਇਹ ਸਿਫਰ ਤੇ ਜਾ ਰਿਹਾ ਹੈ। ਜਿਵੇਂ ਕਿ x ਇਨਫਿਨਿਟੀ ਦੇ ਨੇੜੇ ਆ ਰਿਹਾ ਹੈ ਤਾਂ ਉਸ ਕੇਸ ਵਿੱਚ ਇਹ ਇੱਥੇ ਦੋ ਮੁੱਖ ਕੰਡੀਸ਼ਨਸ ਹਨ ਅਤੇ ਉਹ ਕੰਡੀਸ਼ਨਸ ਜੋ ਸਾਡੇ ਕੋਲ ਹਨ ਕਿ ਇਹ ਇੰਟੀਗਰਲ ਪ੍ਰੋਡਕਟ ਇੱਥੇ ਕਨਵਰਜ ਹੁੰਦਾ ਹੈ। ਇਸ ਲਈ ਇਹ ਬਹੁਤ ਉਪਯੋਗੀ ਇੰਟੀਗਰਲ ਹੈ ਕਿਉਂਕਿ ਜੇ ਸਾਨੂੰ ਉਹਨਾਂ ਵਿੱਚੋਂ ਇੱਕ ਬਾਰੇ ਪਤਾ ਹੈ, ਉਦਾਹਰਨ ਦੇ ਲਈ g ਇੱਥੇ ਹੈ ਤਾਂ ਇਹ ਬਾਉਂਡਡ ਹੈ ਅਤੇ ਇੱਥੇ ਇਹ ਮੋਨੋਟੋਨ ਸਿਫਰ ਤੇ ਜਾ ਰਿਹਾ ਹੈ ਅਤੇ ਫਿਰ ਇਹ ਇੰਟੀਗਰਲ ਬਟਾ f ਕਨਵਰਜ ਹੋ ਜਾਂਦੇ ਹਨ, ਤਾਂ ਫਿਰ ਅਸੀਂ ਇਸ ਪ੍ਰੋਡਕਟ ਬਾਰੇ ਵੀ ਇਹ ਕਨਕਲੂਡ ਕੱਢ ਸਕਦੇ ਹਾਂ ਕਿ ਇਸ ਇੰਟੀਗਰਲ ਦਾ ਕੀ ਹੋਵੇਗਾ ਅਤੇ ਜੇ ਇਹ ਕੰਡੀਸ਼ਨਸ ਸੈਟਿਸਫਾਈਡ ਹੋ ਜਾਂਦੀਆਂ ਹਨ ਤਾਂ ਇਹ ਕਨਵਰਜ ਹੋ ਜਾਣਗੇ। ਆਓ ਇਹ ਉਦਾਹਰਨ ਵੇਖਦੇ ਹਾਂ ਜਿੱਥੇ ਅਸੀਂ ਇਸ ਤਰ੍ਹਾਂ ਦੇ ਇੰਟੀਗਰਲਸ ਨੂੰ ਆਸਾਨੀ ਨਾਲ ਪ੍ਰੂਫ ਕਰਨ ਲਈ ਇਸ ਨਤੀਜੇ ਦੀ ਵਰਤੋਂ ਕਰ ਸਕਦੇ ਹਾਂ। 1 ਤੋਂ ਇਨਫਿਨਿਟੀ sin x ਬਟਾ x ਪਾਵਰ p ਸਿਫਰ ਦੇ ਇਕੁਅਲ p ਲਈ ਕਨਵਰਜੈਂਟ ਹੈ, ਇਸ ਲਈ ਇੱਥੇ ਕਿਸੇ ਵੀ p ਲਈ ਸਿਫਰ ਤੋਂ ਵੱਡਾ ਹੈ। ਇਹ ਇੰਟੀਗਰਲ ਇਨਫਿਨਿਟੀ sin x ਬਟਾ x ਪਾਵਰ p ਨੂੰ ਕਨਵਰਜੈਂਟ ਕਰਨਾ ਚਾਹੁੰਦਾ ਹੈ। ਅਸੀਂ ਇਸ ਡਿਰਿਕਲੇਟ ਟੈਸਟ ਦੀ ਸਹਾਇਤਾ ਨਾਲ ਦਿਖਾਵਾਂਗੇ। ਇਸ ਕੇਸ ਵਿੱਚ ਅਸੀਂ ਮੰਨ ਲੈਂਦੇ ਕਿ f(x) sin x ਦੇ ਇਕੁਅਲ ਹੈ, ਇਸ ਲਈ ਸਾਡੇ ਕੋਲ ਇੱਥੇ ਇਹ ਫੰਕਸ਼ਨ f(x) sin x ਹਨ ਅਤੇ ਦੂਸਰਾ ਇੱਕ gx ਅਸੀਂ 1 ਬਟਾ x ਪਾਵਰ p ਲਵਾਂਗੇ। ਇਹ ਹੁਣ ਕਿਵੇਂ ਉਪਯੋਗੀ ਹੈ ਕਿਉਂਕਿ ਅਸੀਂ ਇਸ g ਬਾਰੇ ਜਾਣਦੇ ਹਾਂ ਕਿ ਇਹ ਮੋਨੋਟੋਨਿਕਲੀ ਡਿਕਰੀਜ਼ਿੰਗ ਤੇ ਸਿਫਰ ਤੱਕ ਘਟ ਰਿਹਾ ਹੈ ਕਿਉਂਕਿ ਇਹ p ਪੋਜ਼ਿਟਿਵ ਲਈ x ਇਨਫਿਨਿਟੀ ਦੇ ਨੇੜੇ ਆ ਰਿਹਾ ਹੈ ਅਤੇ ਇਹ ਇੰਟੀਗਰਲ sin x ਜਿਸ ਨੂੰ ਅਸੀਂ ਆਸਾਨੀ ਨਾਲ ਦਿਖਾ ਸਕਦੇ ਹਾਂ ਕਿ ਇੱਕ a sin x dx ਹੈ।
ਇਹ ਇੰਟੀਗਰਲ ਇਸ cos x ਦਾ ਮਾਈਨਸ ਹੋਵੇਗਾ ਅਤੇ ਫਿਰ ਸਾਡੇ ਕੋਲ ਇਹ ਲਿਮਿਟ a ਤੋਂ n b ਹੈ, ਜੋ ਕਿ a cos 1 ਮਾਈਨਸ cos b ਇਹ ਇੰਟੀਗਰਲ ਵੈਲਿਊ ਹੋਵੇਗੀ। ਅਤੇ ਫਿਰ ਇਸ ਦੀ ਐਬਸੋਲਿਊਟ ਵੈਲਿਊ ਤੇ ਸਾਨੂੰ ਕੰਸੀਡਰ ਕਰਨਾ ਪਵੇਗਾ ਤਾਂ ਜੋ ਇਹ cos ਹਮੇਸ਼ਾ 1 ਨਾਲ ਬਾਉਂਡਡ ਰਹੇ ਅਤੇ ਅਸੀਂ ਇੱਥੇ ਇਸ ਇਨਇਕੁਆਲਿਟੀ ਦੀ ਵਰਤੋਂ ਕਰ ਸਕਦੇ ਹਾਂ ਕਿ a cos 1 ਪਲੱਸ cos b ਤੋਂ ਘੱਟ ਹੈ ਅਤੇ ਇਸ ਕੇਸ ਵਿੱਚ ਇਹ 2 ਨਾਲ ਬਾਉਂਡਡ ਹੋਏਗਾ। ਅਸੀਂ ਆਸਾਨੀ ਨਾਲ ਦਿਖਾ ਸਕਦੇ ਹਾਂ ਕਿ ਇੱਥੇ ਇਹ ਇੰਟੀਗਰਲ b ਦੀ ਕਿਸੇ ਵੀ ਵੈਲਿਊ ਲਈ 2 ਨਾਲ ਬਾਉਂਡਡ ਹੈ ਜਿਸ ਵਿੱਚੋਂ ਇਨਫਿਨਿਟੀ ਨਾਲੋਂ 1 ਤੋਂ ਘੱਟ ਹੈ। ਜੋ ਅਸੀਂ ਵੇਖਿਆ ਹੈ ਕਿ ਇੱਥੇ ਇੱਕ ਯੂਨੀਫਾਰਮ ਬਾਉਂਡਡ ਹੈ ਇਸ ਲਈ b ਦੀ ਜੋ ਵੀ ਵੈਲਿਊ ਅਸੀਂ ਇਸ ਇੰਟੀਗਰਲ ਦੀ ਵੈਲਿਊ ਲੈਂਦੇ ਹਾਂ ਇਸ ਵਿੱਚ 2 ਨਾਲ ਬਾਉਂਡਡ ਹੋਏਗੀ। ਅਸੀਂ ਇਸ ਇੰਟੀਗਰਲ ਦੀ ਯੂਨੀਫਾਰਮਲੀ ਅਨਬਾਉਂਡਡਨੈਸ ਲਈ ਚਾਹੁੰਦੇ ਹਾਂ। ਹੁਣ ਦੂਸਰਾ ਫੰਕਸ਼ਨ g ਜੋ ਕਿ ਇਹ ਮੋਨੋਟੋਨਿਕਲੀ ਡਿਕਰੀਜ਼ਿੰਗ ਫੰਕਸ਼ਨ ਹੈ ਅਤੇ ਕੁਦਰਤੀ ਤੌਰ ਤੇ ਇਹ p ਪੋਜ਼ਿਟਿਵ ਦੀ ਕਿਸੇ ਵੀ ਵੈਲਿਊ ਲਈ x ਟੈਂਡ ਟੂ ਇਨਫਿਨਿਟੀ ਵੱਲ ਜਾਂਦਾ ਹੈ ਇਸ ਲਈ ਇਸ ਦੀ ਵਰਤੋਂ ਕਰਦੇ ਹੋਏ ਹੁਣ ਡਿਰਿਕਲੇਟ ਟੈਸਟ ਤਾਂ ਜੋ ਅਸੀਂ ਇਸ ਪ੍ਰੋਡਕਟ ਬਾਰੇ ਗੱਲ ਕਰ ਸਕੀਏ। ਇਸ ਪ੍ਰੋਡਕਟ ਦੇ ਇੰਟੀਗਰਲ sin x ਅਤੇ ਪ੍ਰੋਡਕਟ ਦੇ ਨਾਲ 1 ਬਟਾ x ਪਾਵਰ p ਦਾ ਅਰਥ ਹੈ ਕਿ ਇਹ ਇੰਟੀਗਰਲ sin x ਬਟਾ x ਪਾਵਰ p dx ਹੈ। 1 ਤੋਂ ਇਨਫਿਨਿਟੀ ਤੱਕ ਇਹ 0 ਤੋਂ ਵੱਧ p ਦੀ ਕਿਸੇ ਵੀ ਵੈਲਿਊ ਲਈ ਕਨਵਰਜ ਕਰਦਾ ਹੈ। ਇਸ ਲਈ ਇਹ ਡਿਰਿਕਲੇਟ ਟੈਸਟ ਹੁਣ ਬਹੁਤ ਉਪਯੋਗੀ ਹੈ। ਅਸੀਂ ਦੁਬਾਰਾ 2 ਫੰਕਸ਼ਨਾਂ ਦੇ ਅਨੁਪਾਤ ਦੇ ਰੂਪ ਵਿੱਚ ਕੰਸੀਡਰ ਕੀਤਾ ਹੈ ਇਸ ਲਈ ਇੱਕ f(x) ਅਤੇ ਦੂਜਾ g(x)। ਅਤੇ ਇਹ ਫੰਕਸ਼ਨ f(x) ਵਿੱਚ ਇਸ ਯੂਨੀਫਾਰਮ ਇੰਟੀਗਰੇਬਿਲਿਟੀ ਤੋਂ ਉੱਪਰ ਇਹ ਵਧੀਆ ਪ੍ਰਾਪਰਟੀ ਹੈ ਅਤੇ ਦੂਜਾ 0 ਨਾਲ ਮੋਨੋਟੋਨਿਕਲੀ ਡਿਕਰੀਜ਼ਿੰਗ ਹੋ ਰਿਹਾ ਸੀ ਇਸ ਲਈ ਅਸੀਂ ਡਿਰਿਕਲੇਟ ਟੈਸਟ ਦੇ ਨਾਲ ਇਹ ਕਨਕਲੂਡ ਕੱਢ ਸਕਦੇ ਹਾਂ ਕਿ ਇਹ ਕਨਵਰਜ ਹੁੰਦਾ ਹੈ। ਸਿਮਿਲਰ ਇੱਕ ਹੋਰ ਅਸੀਂ ਇਸ 0 ਦੇ ਇਨਫਿਨਿਟੀ sin x ਬਟਾ x e ਪਾਵਰ ਮਾਈਨਸ x ਇਹ ਕਨਵਰਜੈਂਸ ਨੂੰ ਟੈਸਟ ਕਰ ਸਕਦੇ ਹਾਂ। ਇੱਥੇ ਇਹ ਇੰਟੀਗਰਲ ਹੈ a ਪੋਜ਼ਿਟਿਵ ਦੀ ਕਿਸੇ ਵੀ ਵੈਲਿਊ ਲਈ। ਅਸੀਂ ਕੀ ਕਰਾਂਗੇ? ਅਸੀਂ ਇਸ ਨੂੰ ਦੁਬਾਰਾ ਆਸਾਨੀ ਨਾਲ ਪ੍ਰੂਫ ਕਰ ਸਕਦੇ ਹਾਂ ਤਾਂ ਫਿਰ ਇਹ ਪਾਵਰ ਮਾਈਨਸ x cos x ਹੈ। ਉਡੀਕ ਕਰੋ ਇਹ ਫਸਟ ਪ੍ਰੋਬਲਮ e ਪਾਵਰ c sin x ਬਟਾ x ਪਾਵਰ ਮਾਈਨਸ x ਅਸੀਂ ਪਹਿਲਾਂ ਹੀ ਕਰ ਚੁੱਕੇ ਹਾਂ। ਇਹ sin x ਬਟਾ x ਪਾਵਰ p ਸੀ ਜਦੋਂ 1 ਤੋਂ ਇਨਫਿਨਿਟੀ ਵਿੱਚ ਸੀ ਤਾਂ ਫਿਰ ਇਸ ਕੇਸ ਵਿੱਚ ਅਸੀਂ e ਪਾਵਰ ਮਾਈਨਸ x ਨੂੰ sin x ਬਟਾ x ਨਾਲ ਮਲਟੀਪਲਾਈਡ ਕਰਾਂਗੇ। ਅਸੀਂ ਦੁਬਾਰਾ ਇਸ ਆਈਡੀਆ ਦੀ ਵਰਤੋਂ ਕਰਾਂਗੇ ਕਿ ਅਸੀਂ ਆਸਾਨੀ ਨਾਲ 0 ਤੋਂ 1 ਨੂੰ ਤੋੜ ਸਕਦੇ ਹਾਂ ਅਤੇ ਫਿਰ ਸਾਡੇ ਕੋਲ sin x ਬਟਾ x e ਪਾਵਰ ਮਾਈਨਸ x dx ਪਲੱਸ ਇਹ 1 ਤੋਂ ਇਨਫਿਨਿਟੀ ਤੱਕ ਅਤੇ ਸਾਡੇ ਕੋਲ ਇਸ ਫੰਕਸ਼ਨ ਤੇ sin x ਬਟਾ x ਅਤੇ e ਪਾਵਰ ਮਾਈਨਸ x dx ਹੈ। ਇਸ ਲਈ ਫਸਟ ਇੰਟੀਗਰਲ a ਪ੍ਰੋਪਰ ਇੰਟੀਗਰਲ ਹੈ। ਕਾਰਨ ਸਪਸ਼ਟ ਹੈ ਕਿਉਂਕਿ sin x ਬਟਾ x ਦੀ ਵੈਲਿਊ 1 ਹੁੰਦੀ ਹੈ ਜਿਵੇਂ ਕਿ x ਇਨਫਿਨਿਟੀ ਦੇ ਨੇੜੇ ਆਉਂਦਾ ਅਤੇ ਇਹ 1 ਹੈ ਇਸ ਲਈ ਇੰਟੀਗ੍ਰੈਂਡ ਦੀ ਲਿਮਿਟ ਐਗਜ਼ਿਸਟ ਕਰਦੀ ਹੈ ਜਦੋਂ x 0 ਦੇ ਨੇੜੇ ਆ ਜਾਂਦਾ ਹੈ ਅਤੇ ਹੋਰ ਸਾਰੇ ਦੂਜੇ ਪੁਆਇੰਟ ਤੇ ਕੋਈ ਸਿੰਗੂਲੈਰਿਟੀਸ ਨਹੀਂ ਹੈ, ਕੋਈ ਅਨਬਾਉਂਡਡਨੈਸ ਨਹੀਂ ਹੈ ਇਸ ਲਈ ਇਹ ਪ੍ਰੋਪਰ ਇੰਟੀਗਰਲ ਹੈ। ਪਹਿਲਾ ਇੱਕ ਦੂਜਾ ਹੁਣ ਇਸ x ਇਨਫਿਨਿਟੀ ਦੇ ਕਾਰਨ ਸਾਨੂੰ ਇਹ ਟੈਸਟ ਕਰਨਾ ਪਵੇਗਾ ਕਿ ਅਸੀਂ ਇੱਥੋਂ ਕਿਸ ਟਾਈਪ ਦਾ ਨਤੀਜਾ ਪ੍ਰਾਪਤ ਕਰਦੇ ਹਾਂ। ਹੁਣ ਅਸੀਂ ਇਸ ਇੰਟੀਗਰਲ ਨੂੰ a ਤੋਂ b ਤੱਕ ਲੈਂਦੇ ਹਾਂ। ਨੋਟ ਕਰੋ ਕਿ ਇੰਟੀਗਰਲ 1 ਅਤੇ ਫਿਰ 1 ਤੋਂ ਵੱਧ ਅਸੀਂ ਇਸ b ਨੂੰ sin x ਬਟਾ x dx ਲੈ ਸਕਦੇ ਹਾਂ। ਇਸ ਲਈ ਜੇ ਅਸੀਂ ਇਹ ਇੰਟੀਗਰਲ ਲੈਂਦੇ ਹਾਂ sin x ਬਟਾ x dx ਇਹ 1 ਤਾਂ ਇਹ x ਨੰਬਰ 1 ਤੋਂ ਕਿਸੇ ਵੀ ਨੰਬਰ ਤੇ ਜਾ ਰਹੀ ਹੈ। ਇਹ b ਇੱਥੇ x ਨੂੰ ਬਦਲ ਸਕਦੇ ਹਾਂ ਕਿਉਂਕਿ ਇਹ ਮਿਨੀਮਮ ਵੈਲਿਊ ਹੈ। ਜੇ ਤੁਸੀਂ ਇਸ ਨੂੰ ਬਦਲਦੇ ਹੋ ਤਾਂ ਇੰਟੀਗਰਲ ਵੱਡਾ ਹੋਵੇਗਾ ਇਸ ਲਈ ਸਾਡੇ ਕੋਲ 1 ਤੋਂ b ਹੈ ਅਤੇ ਇਸ x ਨੂੰ 1 ਨਾਲ ਬਦਲਿਆ ਗਿਆ ਹੈ। ਸਭ ਤੋਂ ਘੱਟ ਸੰਭਵ ਵੈਲਿਊ ਤਾਂ ਜੋ ਇਹ ਇੰਟੀਗਰਲ ਵੱਡਾ ਹੋਵੇ ਤਾਂ ਸਾਡੇ ਕੋਲ ਇਹ ਵੱਡਾ ਇੰਟੀਗਰਲ ਹੈ ਜਿਵੇਂ ਕਿ sin x dx ਅਤੇ ਇਸ ਬਾਰੇ ਅਸੀਂ ਜਾਣਦੇ ਕਿ ਅਸੀਂ ਇਸ ਨੂੰ ਮਾਈਨਸ cos x ਅਤੇ ਫਿਰ 1 ਤੋਂ b ਨਾਲ ਇੰਟੀਗ੍ਰੇਟ ਕਰ ਸਕਦੇ। ਇਸ ਲਈ ਇਹ ਵੈਲਿਊ cos 1 ਅਤੇ ਮਾਈਨਸ cos b ਹੋਵੇਗੀ ਅਤੇ ਅਸੀਂ ਉਹ ਐਬਸੋਲਿਊਟ ਵੈਲਿਊ ਉੱਥੇ ਲੈ ਸਕਦੇ ਹਾਂ। ਇਸ ਲਈ ਇਹਨਾਂ ਫੰਕਸ਼ਨਾਂ ਦੀ ਇਹ ਇੱਥੇ ਐਬਸੋਲਿਊਟ ਵੈਲਿਊ ਹੋਵੇਗੀ
ਦੁਬਾਰਾ ਇੱਥੇ ਐਬਸੋਲਿਊਟ ਵੈਲਿਊ ਜੋ 2 ਨਾਲ ਬਾਉਂਡਡ ਹੈ। ਇਸ ਲਈ ਅਸੀਂ ਇਹ ਪ੍ਰੂਫ ਕਰ ਸਕਦੇ ਹਾਂ ਕਿ ਇਹ ਇੰਟੀਗਰਲ ਇੱਥੇ sin x ਬਟਾ x sin x ਬਟਾ x 1 ਤੋਂ b ਹੈ। 1 ਤੋਂ n ਵੱਧ b ਦੀ ਕਿਸੇ ਵੀ ਵੈਲਿਊ ਦੇ ਲਈ ਕਿਸੇ ਵੀ ਫਾਈਨਾਈਟ ਵੈਲਿਊ ਲਈ ਇਹ ਯੂਨੀਫਾਰਮਲੀ ਬਾਉਂਡਡ ਹੈ ਅਤੇ ਇਹ ਵੈਲਿਊ 2 ਹੈ ਤਾਂ ਇਹ ਯੂਨੀਫਾਰਮਲੀ ਹੈ। ਇਹ ਇੰਟੀਗਰਲ ਯੂਨੀਫਾਰਮਲੀ ਬਾਉਂਡਡ ਹੈ ਅਤੇ ਇਹ ਐਕਸਪੋਨੈਂਸ਼ੀਅਲ -x ਫੰਕਸ਼ਨ ਇਸ ਲਈ ਐਕਸਪੋਨੈਂਸ਼ੀਅਲ -x ਫੰਕਸ਼ਨ ਮੋਨੋਟੋਨ ਹੈ ਅਤੇ ਇਹ ਸਿਫਰ ਦੇ ਨੇੜੇ ਪਹੁੰਚਦਾ ਹੈ। ਜੇ ਅਸੀਂ ਲਿਮਿਟ ਲੈਂਦੇ ਹਾਂ ਜਿਵੇਂ ਕਿ x ਇਨਫਿਨਿਟੀ ਤੱਕ ਪਹੁੰਚਦਾ ਹੈ ਤਾਂ ਇਹ ਪਾਵਰ -x ਜੋ ਸਿਫਰ ਤੱਕ ਪਹੁੰਚਦਾ ਹੈ। ਇਸ ਲਈ ਸਾਡੇ ਕੋਲ ਉਹ ਪ੍ਰਾਪਰਟੀ ਵੀ ਸੈਟੀਸਫਾਈ ਹੈ। ਫਿਰ ਅਸੀਂ ਉੱਥੇ ਇਸ ਡਿਰਿਕਲੇਟ ਟੈਸਟ ਦੀ ਵਰਤੋਂ ਕਰ ਸਕਦੇ ਹਾਂ ਕਿਉਂਕਿ ਇੱਕ sin x ਬਟਾ x ਦੇ ਨਾਲ ਇੰਟੀਗਰਲ ਹੈ। ਅਸੀਂ ਵੇਖਿਆ ਹੈ ਕਿ ਇੱਥੇ ਇਹ ਮੋਨੋਟੋਨ ਹੈ ਜੋ ਯੂਨੀਫਾਰਮਲੀ ਬਾਉਂਡਡ ਹੈ ਅਤੇ ਦੂਜਾ ਇੱਥੇ gx ਜੋ e ਪਾਵਰ -x ਹੈ। ਜਿਵੇਂ ਕਿ ਇਹ ਇਨਫਿਨਿਟੀ ਤੱਕ ਪਹੁੰਚਦਾ ਜਾ ਰਿਹਾ ਹੈ। ਇਸ ਲਈ ਇਸ ਕੇਸ ਵਿੱਚ ਅਸੀਂ ਹੁਣ ਡਿਰਿਕਲੇਟ ਨਤੀਜੇ ਡਿਰਿਕਲੇਟ ਟੈਸਟ ਅਪਲਾਈ ਕਰ ਸਕਦੇ ਹਾਂ ਜੋ ਕਹਿੰਦਾ ਹੈ ਕਿ ਇਹ ਇੰਟੀਗਰਲ ਕਨਵਰਜ ਕਰਦਾ ਹੈ। ਇਹ ਇੰਟੀਗਰਲ ਕਨਵਰਜ ਕਰਦਾ ਹੈ ਅਤੇ ਦੂਜਾ ਪ੍ਰੋਪਰ ਇੰਟੀਗਰਲ ਹੈ। ਇਸ ਲਈ ਸਾਡੇ ਕੋਲ ਇੱਥੇ ਓਰੀਜਨਲ ਇੰਟੀਗਰਲ ਹੈ। ਇਹ ਸਿਫਰ ਤੋਂ ਇਨਫਿਨਿਟੀ sin x ਬਟਾ x ਜੋ ਕਿ ਕਨਵਰਜ ਕਰਦਾ ਹੈ। ਖੈਰ ਅਸੀਂ ਇੱਥੇ ਇੱਕ ਹੋਰ ਪ੍ਰੋਬਲਮ ਦੇਖਦੇ ਹਾਂ। ਇਹ ਪ੍ਰੋਬਲਮ ਨੰਬਰ 2 ਹੈ। ਇਸ ਲਈ ਇੱਥੇ ਸਿਮਿਲਰ ਪ੍ਰੋਬਲਮ ਹੀ ਹੈ। ਸਾਡੇ ਕੋਲ ਇਸ ਕੇਸ ਵਿੱਚ ਇੱਕ -e ਪਾਵਰ -x cos x ਬਟਾ x ਸਕੁਏਅਰ ਹੈ। ਅਤੇ ਆਈਡੀਆ ਕਿ ਦੁਬਾਰਾ ਅਸੀਂ 2 ਪਾਰਟਸ ਵਿੱਚ ਵੰਡ ਸਕਦੇ ਹਾਂ। ਇਸ ਲਈ ਮੈਂ ਇੱਥੇ a ਨੂੰ ਇਨਫਿਨਿਟੀ ਤੱਕ ਲੈ ਜਾਵਾਂਗਾ ਅਤੇ ਫਿਰ ਸਾਡੇ ਕੋਲ ਇੱਕ ਇੰਟੀਗਰਲ ਵਾਂਗ 1 ਬਟਾ x ਸਕੁਏਅਰ cos x ਹੈ। ਇਸ ਲਈ ਸਾਡੇ ਕੋਲ cos x ਬਟਾ x ਸਕੁਏਅਰ dx ਹੈ ਅਤੇ ਦੂਜਾ a ਤੋਂ ਇਨਫਿਨਿਟੀ ਹੈ ਅਤੇ ਸਾਡੇ ਕੋਲ e ਪਾਵਰ -x ਹੈ ਅਤੇ ਫਿਰ cos x ਬਟਾ x ਹੈ ਜਿੱਥੇ dx ਇਹ ਫਸਟ ਇੰਟੀਗਰਲ ਹੈ। ਇਹ ਐਬਸੋਲਿਊਟਲੀ ਕਨਵਰਜ ਹੁੰਦਾ ਹੈ। ਇਹ ਐਬਸੋਲਿਊਟਲੀ ਕਨਵਰਜ ਹੁੰਦਾ ਹੈ ਅਤੇ ਕਾਰਨ ਕਲੀਅਰ ਹੈ ਕਿਉਂਕਿ ਕੰਪੈਰੀਜ਼ਨ ਟੈਸਟ ਦੁਆਰਾ ਅਸੀਂ ਆਸਾਨੀ ਨਾਲ ਕਨਕਲੂਡ ਕੱਢ ਸਕਦੇ ਹਾਂ ਕਿਉਂਕਿ ਇਹ cos x ਬਟਾ x ਸਕੁਏਅਰ ਹੈ। ਇਹ ਅਸਲ ਵਿੱਚ 1 ਬਟਾ x ਸਕੁਏਅਰ ਦੇ ਮੁਕਾਬਲੇ ਘੱਟ ਹੈ। ਇਹ ਐਬਸੋਲਿਊਟਲੀ ਇਹ ਸਿਧਾਂਤ ਹੈ। ਅਸੀਂ ਦੁਬਾਰਾ ਸਮਝਾਵਾਂਗੇ। ਇਸ ਲਈ ਇੱਥੇ ਐਬਸੋਲਿਊਟਲੀ ਮਤਲਬ ਹੈ ਕਿ ਜੇ ਅਸੀਂ ਇੰਟੀਗ੍ਰੈਂਡ ਦੀ ਐਬਸੋਲਿਊਟ ਵੈਲਿਊ ਵੀ ਲੈਂਦੇ ਹਾਂ ਇਹ ਕਨਵਰਜ ਹੁੰਦਾ ਹੈ। ਇਸ ਲਈ ਇਹ cos x ਬਟਾ x ਬਾਉਂਡ ਹੈ 1 ਬਟਾ ਸਕੁਏਅਰ ਦੇ ਇਕੁਅਲ ਜਾਂ ਘੱਟ ਹੈ ਕਿਉਂਕਿ ਇਹ cos x ਵੈਲਿਊਜ਼ 1 ਨਾਲ ਬਾਉਂਡਡ ਹਨ। ਇਸ ਲਈ ਸਾਡੇ ਕੋਲ 1 ਬਟਾ x ਸਕੁਏਅਰ ਅਤੇ ਅਸੀਂ ਜਾਣਦੇ ਹਾਂ ਇਸ ਇੰਟੀਗਰਲ ਨੂੰ a ਤੋਂ ਇਨਫਿਨਿਟੀ ਤੱਕ 1 ਬਟਾ x ਸਕੁਏਅਰ ਜੋ ਕਿ ਕਨਵਰਜ ਕਰਦਾ ਹੈ ਅਤੇ ਉਸ ਕੇਸ ਵਿੱਚ ਇਹ ਇੰਟੀਗਰਲ ਵੀ ਕਨਵਰਜ ਹੋ ਜਾਵੇਗਾ ਕਿਉਂਕਿ ਇਹ 1 ਬਟਾ x ਸਕੁਏਅਰ ਡੋਮੀਨੇਟਿੰਗ ਫੰਕਸ਼ਨ ਹੈ ਅਤੇ ਜਿਸ ਦਾ ਇੰਟੀਗਰਲ ਕਨਵਰਜ ਹੁੰਦਾ ਹੈ ਉਹ ਇੰਟੀਗਰਲ ਕੁਦਰਤੀ ਕਨਵਰਜ ਹੋ ਜਾਵੇਗਾ। ਦੂਜਾ ਇੱਥੇ ਅਸੀਂ ਦੁਬਾਰਾ ਉਸੇ ਦਲੀਲ ਦੀ ਵਰਤੋਂ ਕਰ ਸਕਦੇ ਹਾਂ ਕਿਉਂਕਿ ਦੁਬਾਰਾ ਇਹ e ਪਾਵਰ -x cos x ਬਟਾ ਇਹ x ਸਕੁਏਅਰ ਹੈ। ਇਹ ਵੈਲਿਊ ਇੱਥੇ 1 ਨਾਲ ਬਾਉਂਡਡ ਹੋਏਗੀ ਕਿਉਂਕਿ ਇਹ e ਪਾਵਰ -x ਹੈ ਜੋ ਕਿ ਡਿਕਰੀਜ਼ਿੰਗ ਫੰਕਸ਼ਨ ਹੈ। ਇਸ ਲਈ ਇਹ ਹਾਈਐਸਟ ਵੈਲਿਊ ਲਵੇਗੀ ਜਦੋਂ ਸਾਡੇ ਕੋਲ ਹੋਵੇ। ਫਿਰ x ਇਸੇ ਵੱਲ ਪਹੁੰਚੇਗਾ। ਇਸ ਲਈ ਕਿਸੇ ਵੀ ਕੇਸ ਵਿੱਚ ਇਹ 1 ਨਾਲ ਵੀ ਬਾਉਂਡਡ ਹੋਏਗਾ। ਇਸ ਲਈ ਇਹ ਦੂਜਾ ਇੰਟੀਗ੍ਰੈਂਟ ਵੀ 1 ਤੋਂ ਵੱਧ x ਸਕੁਏਅਰ ਅਤੇ ਕੰਪੈਰੀਜ਼ਨ ਟੈਸਟ ਦੁਆਰਾ ਬਾਉਂਡਡ ਹੋਇਆ ਹੈ। ਅਸੀਂ ਦੁਬਾਰਾ ਇਹ ਕਨਕਲੂਡ ਕੱਢ ਸਕਦੇ ਹਾਂ ਕਿ ਇਹ ਐਬਸੋਲਿਊਟਲੀ ਕਨਵਰਜ ਹੁੰਦਾ ਹੈ। ਅਸੀਂ ਇੱਥੇ ਡਿਰਿਕਲੇਟ ਟੈਸਟ ਦੀ ਵਰਤੋਂ ਵੀ ਕਰ ਸਕਦੇ ਹਾਂ ਕਿਉਂਕਿ ਅਸੀਂ ਇਹ ਪਾਵਰ -x ਲੈ ਸਕਦੇ ਹਾਂ। ਇਸ ਲਈ ਜੇ ਤੁਸੀਂ ਇੱਥੇ ਇਸ ਡਿਰਿਕਲੇਟਸ ਟੈਸਟ ਦੀ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਅਸੀਂ ਇਸ ਫੰਕਸ਼ਨ e ਪਾਵਰ -x ਬਟਾ x ਸਕੁਏਅਰ ਲੈ ਸਕਦੇ ਹੋ ਅਤੇ ਇਹ ਫੰਕਸ਼ਨ ਸਿਫਰ ਤੇ ਪਹੁੰਚਦਾ ਹੈ ਜਿਵੇਂ ਕਿ x ਇਨਫਿਨਿਟੀ ਦੇ ਨੇੜੇ ਆਉਂਦਾ ਹੈ। ਜਿਵੇਂ ਕਿ x ਇਨਫਿਨਿਟੀ ਦੇ ਨੇੜੇ ਆ ਰਿਹਾ ਹੈ ਇਹ ਮੋਨੋਟੋਨ ਫੰਕਸ਼ਨ ਹੈ। e ਪਾਵਰ -x ਡਿਕਰੀਜ਼ਿੰਗ ਹੋ ਰਿਹਾ ਹੈ ਅਤੇ 1 ਬਟਾ x ਸਕੁਏਅਰ ਵੀ ਡਿਕਰੀਜ਼ਿੰਗ ਦੋਵੇਂ ਫੰਕਸ਼ਨ। ਇਸ ਲਈ ਇੱਥੇ ਸਾਡੇ ਕੋਲ x ਦੇ ਕਿਸੇ ਵੀ ਵੈਲਿਊ ਲਈ ਡਿਕਰੀਜ਼ਿੰਗ ਫੰਕਸ਼ਨ ਹੈ ਅਤੇ ਇਹ cos x ਇਸੇ ਤੋਂ ਇਨਫਿਨਿਟੀ cos x ਦਾ ਇਹ ਇੰਟੀਗਰਲ ਅਸੀਂ ਦੁਬਾਰਾ ਦਿਖਾ ਸਕਦੇ ਹਾਂ ਕਿ ਇਹ 2 ਨਾਲ ਬਾਉਂਡਡ ਹੈ। ਇਸ ਲਈ ਅਸੀਂ ਉਸ ਡਿਰਿਕਲੇਟਸ ਟੈਸਟ ਦੀ ਵਰਤੋਂ ਕਰ ਸਕਦੇ ਹਾਂ ਜਿਵੇਂ ਕਿ ਅਸੀਂ ਪਹਿਲਾਂ ਦੀਆਂ ਪ੍ਰੋਬਲਮਸ ਵਿੱਚ ਕੀਤਾ ਸੀ। ਇਸ ਲਈ ਇਹ ਪ੍ਰੋਬਲਮਸ ਦੇ ਸਿਮਿਲਰ ਹੈ। ਇਹ ਨੰਬਰ 1 ਇਸ ਲਈ ਅਸੀਂ ਇੱਥੇ ਇਹ ਵੀ ਦਿਖਾ ਸਕਦੇ ਹਾਂ ਕਿ ਇਹ ਕਨਵਰਜਸ ਹੈ। ਇਸ ਲਈ ਇਹ ਵੀ ਕਨਵਰਜ ਹੁੰਦਾ ਹੈ ਅਤੇ ਦਿੱਤਾ ਗਿਆ ਇੰਟੀਗਰਲ ਉੱਥੇ 1 -e ਪਾਵਰ -x cos x ਬਟਾ x ਸਕੁਏਅਰ dx ਕਨਵਰਜਸ
ਹੁਣ ਇੱਥੇ ਨੋਟ ਕਰੋ ਕਿ -ਇਨਫਿਨਿਟੀ ਤੋਂ b f(x) dx ਦਾ ਇਹ ਇੰਟੀਗਰਲ ਹੈ। ਅਸੀਂ ਇੱਥੇ ਆਮ ਤੌਰ ਤੇ ਚਰਚਾ ਨਹੀਂ ਕਰ ਰਹੇ ਹਾਂ, ਅਸੀਂ ਸਿਰਫ ਇੰਟੀਗਰਲ ਬਾਰੇ ਚਰਚਾ ਕਰ ਰਹੇ ਹਾਂ। ਸਾਡੇ ਕੋਲ ਇਸ b ਦੇ ਸਥਾਨ ਤੇ ਇਨਫਿਨਿਟੀ ਹੈ। ਇਹ ਤੋਂ ਇਨਫਿਨਿਟੀ ਟਾਈਪ ਦਾ ਇੰਟੀਗਰਲ ਹੈ ਜਿਸ ਬਾਰੇ ਅਸੀਂ ਚਰਚਾ ਕਰ ਰਹੇ ਹਾਂ, ਪਰ ਇਸ ਨਾਲ ਅਸੀਂ ਆਸਾਨੀ ਨਾਲ ਨਿਪਟ ਸਕਦੇ ਹਾਂ, ਕਿਉਂਕਿ ਅਸੀਂ ਉਦਾਹਰਨ ਲਈ ਇੱਥੇ ਸਬਸਟੀਟਿਊਟ ਕਰ ਸਕਦੇ ਹਾਂ। x ਇਕੁਅਲ ਹੈ -t ਦੇ, ਅਤੇ ਫਿਰ ਕੀ ਹੋਵੇਗਾ ਕਿ ਇਹ ਇੰਟੀਗਰਲ ਦੇ ਲਈ ਸਿਰਫ -b ਤੋਂ ਇਨਫਿਨਿਟੀ ਹੋਵੇਗਾ। ਇਸ ਲਈ ਸਾਡੇ ਕੋਲ ਇੱਕ ਸਿਮਿਲਰ ਟਾਈਪ ਦਾ ਇੰਟੀਗਰਲ ਹੈ ਜਿਸ ਦੀ ਅਸੀਂ ਕਨਵਰਜੈਂਸ ਬਾਰੇ ਚਰਚਾ ਕਰ ਰਹੇ ਹਾਂ, ਜਿੱਥੇ ਇਨਫਿਨਿਟੀ ਉਪਰੋਕਤ ਦਿਖਾਈ ਦਿੰਦੀ ਹੈ। ਇਸ ਲਈ ਜੇ ਸਾਡੇ ਕੋਲ ਇਸ ਟਾਈਪ ਦਾ ਇੰਟੀਗਰਲ ਹੈ ਤਾਂ ਅਸੀਂ ਸਿਰਫ ਸਿੰਪਲ ਸਬਸਟੀਟਿਊਸ਼ਨ ਰਾਹੀਂ ਇਸ ਤਰ੍ਹਾਂ ਦੇ ਇੰਟੀਗਰਲ ਇਨਟੂ ਕਨਵਰਜ ਕਰ ਸਕਦੇ ਹਾਂ, ਅਤੇ ਫਿਰ ਕਨਵਰਜੈਂਸ ਬਾਰੇ ਚਰਚਾ ਕਰੋ ਜਿਵੇਂ ਅਸੀਂ ਪਹਿਲਾਂ ਚਰਚਾ ਕੀਤੀ ਹੈ। ਇਹ ਉਹ ਪੁਆਇੰਟ ਹੈ ਜਿਸ ਵਿੱਚ ਅਸੀਂ ਇੱਥੇ ਐਬਸੋਲਿਊਟ ਕਨਵਰਜੈਂਸ ਬਾਰੇ ਗੱਲ ਕਰ ਰਹੇ ਸੀ। ਇੱਥੇ ਇੱਕ ਹੋਰ ਮਹੱਤਵਪੂਰਨ ਫੈਕਟਰ ਇਹ ਹੈ ਕਿ ਐਬਸੋਲਿਊਟ ਕਨਵਰਜੈਂਸ ਕੀ ਹੈ। ਇਸ ਲਈ ਜਿਵੇਂ ਕਿ ਮੈਂ ਪਹਿਲਾਂ ਕਿਹਾ ਕਿ ਐਬਸੋਲਿਊਟ ਕਨਵਰਜੈਂਸ ਤੋਂ ਸੀ, ਇਸ ਦਾ ਅਰਥ ਇਹ ਹੈ ਕਿ ਇਹ ਇੰਟੀਗਰਲ ਐਬਸੋਲਿਊਟਲੀ ਕਨਵਰਜ ਹੁੰਦਾ ਹੈ। ਇਸ ਦਾ ਅਰਥ ਇਹ ਹੈ ਕਿ ਜੇ ਐਬਸੋਲਿਊਟ ਵੈਲਿਊ ਬਟਾ ਇੰਟੀਗਰਲ ਹੈ, ਜੇ ਇਹ ਕਨਵਰਜਸ ਜੇ ਇਹ ਇੰਟੀਗਰਲ ਕਨਵਰਜ ਕਰਦਾ ਹੈ ਤਾਂ ਅਸੀਂ ਕਹਿੰਦੇ ਹਾਂ ਕਿ ਇਹ ਇੰਟੀਗਰਲ ਐਬਸੋਲਿਊਟਲੀ ਕਨਵਰਜ ਹੁੰਦਾ ਹੈ, ਕਿਉਂਕਿ ਅਸੀਂ ਇਸ ਇੰਟੀਗ੍ਰੈਂਡ ਦੀ ਪੋਜ਼ਿਟਿਵ ਵੈਲਿਊਜ਼ ਨੂੰ ਇੱਥੇ 0 ਤੋਂ ਇਨਫਿਨਿਟੀ ਦੀ ਰੇਂਜ ਤੱਕ ਲਿਆ ਹੈ। ਜੇ ਇਹ ਕਨਵਰਜ ਕਰਦਾ ਹੈ ਤਾਂ ਅਸੀਂ ਕਹਿੰਦੇ ਹਾਂ ਕਿ ਇਹ ਇੰਟੀਗਰਲ ਐਬਸੋਲਿਊਟਲੀ ਕਨਵਰਜ ਹੁੰਦਾ ਹੈ, ਅਤੇ ਇੱਥੇ ਇੱਕ ਹੋਰ ਟਰਮ ਹੈ ਜੋ ਇੱਥੇ ਵਰਤਿਆ ਜਾਂਦਾ ਹੈ ਕਿ ਇਹ ਇੰਟੀਗਰਲ ਕੰਡੀਸ਼ਨਲੀ ਕਨਵਰਜ ਹੁੰਦਾ ਹੈ। ਇਸ ਦਾ ਅਰਥ ਇਹ ਹੈ ਕਿ ਇਹ ਇੰਟੀਗਰਲ ਕਨਵਰਜ ਹੁੰਦਾ ਹੈ ਪਰ ਐਬਸੋਲਿਊਟਲੀ ਕਨਵਰਜ ਨਹੀਂ ਕਰਦਾ ਹੈ। ਇਸ ਦਾ ਅਰਥ ਇਹ ਹੈ ਕਿ ਇਹ ਕਨਵਰਜ ਕਰਦਾ ਹੈ ਪਰ ਐਬਸੋਲਿਊਟਲੀ ਨਹੀਂ। ਉਸ ਕੇਸ ਵਿੱਚ ਅਸੀਂ ਆਮ ਤੌਰ ਤੇ ਕਹਿੰਦੇ ਹਾਂ ਕਿ ਇਹ ਇੰਟੀਗਰਲ ਕੰਡੀਸ਼ਨਲੀ ਕਨਵਰਜ ਹੁੰਦਾ ਹੈ। ਇੱਥੇ ਇਸ ਉਦਾਹਰਨ ਤੇ ਆਉਣ ਦੀ ਤਰ੍ਹਾਂ ਇੱਥੇ 1 ਤੋਂ ਇਨਫਿਨਿਟੀ sin x ਬਟਾ x ਪਾਵਰ p dx, ਅਤੇ ਅਸੀਂ ਹੁਣ ਦਿਖਾ ਸਕਦੇ ਹਾਂ ਕਿ ਇਹ ਇੰਟੀਗਰਲ 1 ਤੋਂ ਵੱਧ p ਲਈ ਐਬਸੋਲਿਊਟਲੀ ਕਨਵਰਜ ਕਰਦਾ ਹੈ। p ਦੀ ਕੋਈ ਵੀ ਵੈਲਿਊ 1 ਤੋਂ ਵੱਧ ਹੈ, ਇਹ ਇੰਟੀਗਰਲ ਕਨਵਰਜਸ ਐਬਸੋਲਿਊਟਲੀ। ਆਈਡੀਆ ਕਲੀਅਰ ਹੈ ਜਿਸ ਦਾ ਪਿਛਲੀ ਉਦਾਹਰਨ ਵਿੱਚ ਵੀ ਜ਼ਿਕਰ ਕੀਤਾ ਗਿਆ ਸੀ। ਇਸ ਲਈ ਇੱਥੇ ਸਾਡੇ ਕੋਲ ਇਹ ਇੰਟੀਗਰਲ ਹੈ ਜੇ ਅਸੀਂ ਇਸ ਇੰਟੀਗ੍ਰੈਂਡ ਦੀ ਐਬਸੋਲਿਊਟ ਵੈਲਿਊ ਲੈਂਦੇ ਹਾਂ, ਜਿਸ ਦਾ ਅਰਥ ਹੈ sin x ਅਤੇ x ਪਾਵਰ p, ਤਾਂ ਫਿਰ ਇੱਥੇ x ਪੋਜ਼ਿਟਿਵ ਵੈਲਿਊ ਲੈ ਰਿਹਾ ਹੈ ਅਤੇ p ਤੋਂ ਵੱਧ ਹੈ 1, ਤਾਂ ਇੱਥੇ ਸਾਡੇ ਕੋਲ sin x ਐਬਸੋਲਿਊਟ ਵੈਲਿਊ ਬਟਾ x ਪਾਵਰ p ਹੈ। ਕਿਉਂਕਿ ਇਹ ਪੋਜ਼ਿਟਿਵ ਹੈ, ਇਸ ਲਈ ਸਾਨੂੰ ਇੱਥੇ ਐਬਸੋਲਿਊਟ ਵੈਲਿਊ ਦੀ ਵਰਤੋਂ ਕਰਨ ਦੀ ਜ਼ਰੂਰਤ ਨਹੀਂ, ਅਤੇ ਇਹ 1 ਬਟਾ x ਪਾਵਰ p ਦੁਆਰਾ ਬਾਉਂਡਡ ਹੈ, ਕਿਉਂਕਿ sin x ਕਦੇ ਵੀ 1 ਤੋਂ ਵੱਧ ਦੀ ਵੈਲਿਊ ਨਹੀਂ ਲਵੇਗਾ। ਇਸ ਲਈ ਅਸੀਂ ਇਸ ਨੂੰ 1 ਬਟਾ x ਪਾਵਰ p ਦੇ ਨਾਲ ਬਾਉਂਡਡ ਕਰ ਸਕਦੇ, ਅਤੇ ਅਸੀਂ ਹੁਣ ਕੰਪੈਰੀਜ਼ਨ ਟੈਸਟ ਦੁਆਰਾ ਜਾਣਦੇ ਹਾਂ ਕਿ ਇੰਟੀਗਰਲ 1 ਤੋਂ ਇਨਫਿਨਿਟੀ 1 ਬਟਾ x ਪਾਵਰ p ਇਹ ਇੰਟੀਗਰਲ ਕਨਵਰਜ ਹੁੰਦਾ ਹੈ। ਇਸ ਲਈ ਜੋ ਅਸੀਂ ਇੱਥੇ ਦਿਖਾਇਆ ਹੈ ਕਿ ਇਹ ਇੰਟੀਗਰਲ ਵੀ ਕਨਵਰਜ ਕਰਦਾ ਹੈ, ਕਿਉਂਕਿ ਇਹ ਸਾਡੇ ਲਈ ਕੰਪੈਰੀਜ਼ਨ ਟੈਸਟ ਹੈ। ਇਸ ਲਈ ਅਸੀਂ ਇੱਥੇ ਇੰਟੀਗ੍ਰੈਂਟ ਲਿਆ ਹੈ ਕਿ sin x ਬਟਾ x ਪਾਵਰ p ਜੋ ਕਿ 1 ਬਟਾ x ਪਾਵਰ p ਦੇ ਇਕੁਅਲ ਜਾਂ ਘੱਟ ਸੀ, ਅਤੇ ਸਾਡੇ ਕੋਲ ਅਸੀਂ ਨਤੀਜਾ ਜਾਣਦੇ ਹਾਂ ਕਿ ਇਹ 1 ਬਟਾ x ਪਾਵਰ p 1 ਦੇ ਇੰਟੀਗਰਲ ਨੂੰ ਇਨਫਿਨਿਟੀ ਵਿੱਚ ਕਨਵਰਜ ਕਰਦਾ ਹੈ, ਅਤੇ ਇਸ ਲਈ ਕੰਪੈਰੀਜ਼ਨ ਟੈਸਟ ਦੁਆਰਾ ਅਸੀਂ ਦਿਖਾਇਆ ਹੈ ਕਿ ਇਹ ਕਨਵਰਜ ਕਰਦਾ ਹੈ, ਮਤਲਬ ਕਿ ਦੂਜੇ ਸ਼ਬਦਾਂ ਵਿੱਚ ਇਹ ਇੰਟੀਗਰਲ ਐਬਸੋਲਿਊਟਲੀ ਕਨਵਰਜਸ ਹੁੰਦਾ ਹੈ। ਹਾਂ, ਤਾਂ ਅਸੀਂ ਇਸ ਦੀ ਬਜਾਏ ਲੈ ਸਕਦੇ ਹਾਂ, ਕਿਉਂਕਿ ਇਸ ਵੇਲੇ ਰੇਂਜ ਵਿੱਚ ਪੋਜ਼ਿਟਿਵ ਨੈਗੇਟਿਵ ਵੈਲਿਊਜ਼ ਲੈ ਰਿਹਾ ਹੈ। ਇਸ ਲਈ ਜੇ ਅਸੀਂ ਉਸ ਕੇਸ ਵਿੱਚ ਸੱਚਮੁੱਚ ਸਾਰੀਆਂ ਪੋਜ਼ਿਟਿਵ ਵੈਲਿਊਜ਼ ਲੈਂਦੇ ਹਾਂ ਤਾਂ ਇਹ ਇੰਟੀਗਰਲ ਕਨਵਰਜ ਹੁੰਦਾ ਹੈ, ਪਰ ਇਹ ਮਹੱਤਵਪੂਰਨ ਹੈ ਜੋ ਅਸੀਂ ਇੱਥੇ ਦਿਖਾਇਆ ਹੈ 1 ਤੋਂ ਵੱਧ p ਲਈ, ਜੋ ਕਿ ਇਹ ਇੰਟੀਗਰਲ ਐਬਸੋਲਿਊਟਲੀ ਕਨਵਰਜ ਕਰਦਾ ਹੈ ਜਦੋਂ p ਵੱਡਾ ਹੁੰਦਾ ਹੈ 1 ਤੋਂ। ਤਾਂ ਅਸੀਂ ਬਾਅਦ ਵਿੱਚ ਦੇਖਾਂਗੇ ਕਿ ਜਦੋਂ p ਇਕੁਅਲ ਹੁੰਦਾ ਹੈ 1 ਦੇ ਤਾਂ ਇਹ ਇੰਟੀਗਰਲ ਐਬਸੋਲਿਊਟਲੀ ਕਨਵਰਜ ਨਹੀਂ ਹੁੰਦਾ ਹੈ। ਅਸਲ ਵਿੱਚ ਇਹ ਐਬਸੋਲਿਊਟਲੀ ਕਨਵਰਜ ਹੁੰਦਾ ਹੈ। ਇਸ ਲਈ ਅਗਲੀ ਪ੍ਰੋਬਲਮ ਵੱਲ ਚਲੋ। ਇਹ ਵੀ ਇੰਟੀਗਰਲ ਕਨਵਰਜ ਹੁੰਦਾ ਹੈ ਜੇ ਇਹ ਕਨਵਰਜ ਹੁੰਦਾ ਹੈ, ਮਤਲਬ ਐਬਸੋਲਿਊਟ ਵੈਲਿਊ ਦੇ ਨਾਲ, ਕਿਉਂਕਿ ਇਹ ਇੱਥੇ ਇੰਟੀਗਰਲ b ਵੈਲਿਊ ਨਾਲੋਂ ਵੱਡੀ ਵੈਲਿਊ ਹੋਣ ਜਾ ਰਹੀ ਹੈ। ਇਸ ਲਈ ਜੇਕਰ ਇਹ ਕੁਦਰਤੀ ਤੌਰ ਤੇ ਕਨਵਰਜ ਕਰਦਾ ਹੈ ਤਾਂ ਇਹ ਕਨਵਰਜ ਹੁੰਦਾ ਹੈ, ਕਿਉਂਕਿ ਇੱਥੇ ਸਾਡੇ ਕੋਲ ਪੋਜ਼ਿਟਿਵ ਨੈਗੇਟਿਵ ਹਨ ਅਤੇ ਬਹੁਤ ਸਾਰੇ ਰੱਦ ਹੋਣਗੇ, ਅਤੇ ਇੰਟੀਗ੍ਰੈਂਡ ਦੀ ਐਬਸੋਲਿਊਟ ਵੈਲਿਊ ਲੈਂਦੇ ਸਮੇਂ ਇਹ ਵੈਲਿਊ ਇੱਥੇ ਦੀ ਵੈਲਿਊ ਤੋਂ ਘੱਟ ਹੋਵੇਗੀ। ਇਹ ਕਨਵਰਜਸ ਹੁੰਦਾ ਹੈ ਜੇਕਰ ਇਹ ਕਨਵਰਜਸ ਹੁੰਦਾ ਹੈ, ਪਰ ਇਸ ਦਾ ਕਨਵਰਸ ਸਹੀ ਨਹੀਂ ਹੈ। ਇਸ ਦਾ ਮਤਲਬ ਹੈ ਕਿ
ਕਨਵਰਜ ਹੋਵੇਗਾ ਜੇਕਰ ਇਹ ਕਨਵਰਜ ਕਰਦਾ ਹੈ ਤਾਂ, ਪਰ ਜੇ ਇਹ ਕਨਵਰਜ ਹੈ ਤਾਂ ਹੋ ਸਕਦਾ ਹੈ ਕਿ ਇਹ ਕਨਵਰਜ ਨਾ ਹੋਵੇ। ਹਾਂ, ਇਸ ਲਈ ਜੇ ਇੰਟੀਗਰਲ ਕਨਵਰਜ ਹੁੰਦਾ, ਇੰਟੀਗਰਲ ਐਬਸੋਲਿਊਟਲੀ ਕਨਵਰਜ ਨਹੀਂ ਹੋ ਸਕਦਾ। ਅਤੇ ਜਿਸ ਤਰੀਕੇ ਨਾਲ ਸਟੈਂਡਰਡ ਉਦਾਹਰਣ ਜਿਸਦੀ ਅਸੀਂ ਹੁਣ ਇੱਥੇ ਚਰਚਾ ਕਰਾਂਗੇ ਕਿ 0 ਤੋਂ ਇਨਫਿਨਿਟੀ ਇਹ sin x ਬਟਾ x dx ਇਹ ਇੰਟੀਗਰਲ ਕਨਵਰਜ ਕੰਡੀਸ਼ਨਲੀ ਮਤਲਬ ਇਹ ਇੰਟੀਗਰਲ ਕਨਵਰਜਸ ਹੁੰਦਾ ਹੈ। ਪਰ ਜਦੋਂ ਅਸੀਂ ਇੱਥੇ ਐਬਸੋਲਿਊਟ ਵੈਲਿਊ ਨੂੰ ਇੰਟੀਗਰੈਂਟ ਤੇ ਲੈਂਦੇ ਹਾਂ ਤਾਂ ਇਹ ਇੰਟੀਗਰਲ ਕਨਵਰਜ ਨਹੀਂ ਹੁੰਦਾ ਹੈ। ਪਹਿਲਾਂ ਅਸੀਂ ਦਿਖਾਵਾਂਗੇ ਕਿ ਇਹ ਇੰਟੀਗਰਲ ਕਨਵਰਜ ਹੈ ਜੋ ਕਿ ਹੁਣ ਇਹ ਟ੍ਰਿਵੀਅਲ ਟਾਸਕ ਹੈ। ਇਸ ਲਈ 0 ਤੋਂ ਇਨਫਿਨਿਟੀ sin x ਬਟਾ dx ਹੈ ਜੋ ਅਸੀਂ ਲਿਖਿਆ ਹੈ। ਇਹ ਦੋ ਇੰਟੀਗਰਲ 0 ਦਾ ਜੋੜ ਇੱਕ sin x ਬਟਾ x dx ਅਤੇ 1 ਤੋਂ ਇਨਫਿਨਿਟੀ sin ਬਟਾ x dx ਹੈ। ਅਤੇ ਨੋਟ ਕਰੋ ਕਿ ਫਸਟ ਇੰਟੀਗਰਲ ਇੱਕ ਪ੍ਰੋਪਰ ਇੰਟੀਗਰਲ ਹੈ, ਇਸ ਲਈ ਕੁਦਰਤੀ ਤੌਰ ਤੇ ਇਹ ਕਨਵਰਜ ਹੋ ਜਾਂਦਾ ਹੈ ਅਤੇ ਦੂਜਾ ਸਾਡੇ ਕੋਲ ਇਹ ਇਨਫਿਨਿਟੀ ਹੈ। ਇਸ ਬਾਰੇ ਸਾਨੂੰ ਚਰਚਾ ਕਰਨੀ ਪਵੇਗੀ, ਇਸ ਲਈ ਇਹ ਇੱਕ ਪ੍ਰੋਪਰ ਇੰਟੀਗਰਲ ਹੈ। ਅਤੇ ਇੱਥੇ ਅਸੀਂ ਇਸ ਉਦਾਹਰਣ ਵਿੱਚ ਇੱਕ ਵੇਖ ਸਕਦੇ ਹਾਂ ਕਿ x ਪਾਵਰ p ਅਤੇ p ਵੀ 1 ਤੋਂ ਵੱਧ ਹੈ ਤਾਂ ਜੋ ਇੰਟੀਗਰਲ ਕਨਵਰਜ ਹੋ ਜਾਣ ਤਾਂ ਕੁਦਰਤੀ ਤੌਰ ਤੇ ਇਹ ਇੰਟੀਗਰਲ ਵੀ ਕਨਵਰਜ ਹੋ ਜਾਂਦਾ ਹੈ। sin x ਬਟਾ x ਅਸੀਂ ਉਦਾਹਰਣ 1 ਵਿੱਚ ਵੇਖ ਚੁੱਕੇ ਹਾਂ। ਇਸ ਲਈ ਇੰਟੀਗਰਲ 0 ਤੋਂ ਇਨਫਿਨਿਟੀ sin x ਬਟਾ x dx ਕਨਵਰਜ ਹੁੰਦਾ ਹੈ। ਅਤੇ ਅੱਗੇ ਅਸੀਂ ਇਹ ਦਿਖਾਵਾਂਗੇ ਕਿ ਜਦੋਂ ਅਸੀਂ ਇੰਟੀਗਰੈਂਡ ਦੇ ਐਬਸੋਲਿਊਟ ਵੈਲਿਊ ਲੈਂਦੇ ਹਾਂ, ਉਹ ਇੰਟੀਗਰਲ ਕਨਵਰਜ ਨਹੀਂ ਹੁੰਦਾ ਹੈ। ਤਾਂ ਸਾਡੇ ਕੋਲ ਇਹ ਉਦਾਹਰਣ ਹੈ ਜੋ ਕਹਿੰਦੀ ਹੈ ਕਿ ਇਸ ਦਾ ਕਨਵਰਸ ਸਹੀ ਨਹੀਂ ਹੈ ਕਿਉਂਕਿ ਇੱਥੇ ਸਾਡੇ ਕੋਲ ਇੰਟੀਗਰਲ ਦਾ ਕਨਵਰਜੈਂਸ ਹੈ ਪਰ ਇੰਟੀਗਰਲ ਬਿਲਕੁਲ ਐਬਸੋਲਿਊਟਲੀ ਕਨਵਰਜ ਨਹੀਂ ਕਰਦਾ। ਦੂਜਾ ਤਰੀਕਾ ਸਪਸ਼ਟ ਹੈ ਕਿਉਂਕਿ ਜੇਕਰ ਅਸੀਂ ਸਾਰੀਆਂ ਪੋਜ਼ਿਟਿਵ ਵੈਲਿਊਜ਼ ਲੈਂਦੇ ਹਾਂ ਫਿਰ ਵੀ ਅਸੀਂ ਇਹ ਇੰਟੀਗਰਲ ਪ੍ਰਾਪਤ ਕਰ ਸਕਦੇ ਹਾਂ। ਇਸ ਲਈ ਕੁਦਰਤੀ ਤੌਰ ਤੇ ਜਦੋਂ ਅਸੀਂ ਲੈਂਦੇ ਹਾਂ, ਜਦੋਂ ਫੰਕਸ਼ਨ ਪੋਜ਼ਿਟਿਵ ਅਤੇ ਨੈਗੇਟਿਵ ਵੈਲਿਊਜ਼ ਲੈਂਦਾ ਹੈ ਤਾਂ ਇਹ ਨਿਸ਼ਚਿਤ ਕਨਵਰਜ ਹੋ ਜਾਵੇਗਾ। ਇੱਥੇ ਅਸੀਂ ਹੁਣ ਦਿਖਾਵਾਂਗੇ ਕਿ ਇਹ ਇੰਟੀਗਰਲ ਕਨਵਰਜ ਨਹੀਂ ਹੁੰਦਾ ਹੈ ਅਤੇ ਇਹ ਬਿਟ ਸ਼ਾਮਲ ਹੈ। ਅਸੀਂ ਇਹ ਐਬਸੋਲਿਊਟ ਵੈਲਿਊ sin x ਬਟਾ x dx ਲੈਂਦੇ ਅਤੇ ਅਸੀਂ ਇਸ ਨੂੰ ਲਿਖਦੇ ਹਾਂ ਜਿਵੇਂ n ਦਾ ਇਹ ਜੋੜ ਇਸ n ਤੋਂ ਵੱਧ ਦੇ ਜੋੜ ਗੋਜ਼ ਇਹ n 0 ਤੋਂ ਇਨਫਿਨਿਟੀ n ਪਾਈ ਗੋਜ਼ ਹੈ ਅਤੇ ਪਲੱਸ 1 ਪਾਈ ਅਤੇ sin x ਐਬਸੋਲਿਊਟ ਵੈਲਿਊ ਬਟਾ x dx। ਇੱਥੇ ਇਹ ਇੰਟੀਗਰਲ ਬਿਲਕੁਲ ਇਹੀ ਇੰਟੀਗਰਲ ਹੈ, ਇਸ ਲਈ ਅਸੀਂ ਇੱਥੇ ਵੰਡਦੇ ਹਾਂ ਜਿਵੇਂ ਕਿ n ਇਕੁਅਲ ਹੈ 0 ਦੇ, ਇਸ ਲਈ ਅਸੀਂ 0 ਤੋਂ ਪਾਈ ਵੱਲ ਜਾ ਰਹੇ ਹਾਂ। ਅਤੇ ਫਿਰ ਇਹ ਇੰਟੀਗਰੈਂਟ ਅਤੇ ਵੈਲਿਊ ਤਾਂ ਇਸ ਤੋਂ ਬਾਅਦ ਦੇਖੋ ਕਿ n ਇਕੁਅਲ ਹੈ 1 ਦੇ ਤਾਂ ਇਸ ਦਾ ਮਤਲਬ ਹੈ ਪਾਈ ਤੋਂ 2 ਪਾਈ ਇਹ ਇੰਟੀਗਰੈਂਟ ਅਤੇ ਇਸ ਤਰ੍ਹਾਂ ਅਸੀਂ 0 ਤੋਂ ਪਾਈ ਤੋਂ 2 ਪਾਈ ਤੋਂ 3 ਪਾਈ ਤੱਕ ਲਿਆ ਹੈ। ਅਤੇ ਇਸ ਲਈ ਇਸ ਤਰ੍ਹਾਂ ਇਹ ਇੰਟੀਗਰਲ 0 ਤੋਂ ਇਨਫਿਨਿਟੀ ਲਈ ਅਸੀਂ ਇਹ ਛੋਟੇ ਸੈਗਮੈਂਟਸ ਇਨਟੂ ਨੂੰ ਇਸ ਰੇਂਜ ਦੇ ਅਨੁਸਾਰ ਤੋੜਦੇ ਹਾਂ 0 ਤੋਂ ਪਾਈ ਤੋਂ 2 ਪਾਈ ਤੋਂ 3 ਪਾਈ ਅਤੇ ਇਸ ਤਰ੍ਹਾਂ ਜਿਸ ਤੇ ਅਸੀਂ ਇਸ ਸਮੇਸ਼ਨ ਫਾਰਮ ਵਿੱਚ ਲਿਖਿਆ ਹੈ ਇਹ ਇੰਟੀਗਰਲ ਹੈ। ਅਤੇ ਹੁਣ ਅਸੀਂ ਇੱਥੇ ਸਬਸਟੀਟਿਊਸ਼ਨ ਕਰਾਂਗੇ ਕਿ x ਇਕੁਅਲ n ਪਾਈ ਪਲੱਸ y ਹੈ, ਇਸ ਲਈ ਅਸੀਂ ਸਬਸਟੀਟਿਊਸ਼ਨ x ਨੂੰ ਇਸ ਇੰਟੀਗਰਲ ਵਿੱਚ x ਨੂੰ n ਪਾਈ ਪਲੱਸ y ਦੇ ਇਕੁਅਲ ਬਣਾਉਂਦੇ ਹਾਂ। ਇਸ ਦੀ ਸਬਸਟੀਟਿਊਟਿੰਗ ਨਾਲ dx ਇਹ dy ਬਣ ਜਾਵੇਗਾ ਅਤੇ ਫਿਰ n ਪਾਈ ਨੂੰ ਉਸੇ ਅਨੁਸਾਰ ਬਦਲਿਆ ਜਾਵੇਗਾ ਅਤੇ n ਪਲੱਸ 1 ਪਾਈ ਨੂੰ ਵੀ ਬਦਲਿਆ ਜਾਵੇਗਾ। ਜਦੋਂ ਅਸੀਂ ਇਸ ਇੰਟੀਗਰਲ ਵਿੱਚ ਸਬਸਟੀਟਿਊਟ ਕਰਦੇ, ਜਦੋਂ x n ਪਾਈ ਵੈਲਿਊ ਲੈ ਰਹੀ ਸੀ, y 0 ਵੈਲਿਊ ਲਵੇਗਾ। ਇਸ ਲਈ ਇੱਥੇ ਦੁਬਾਰਾ ਵੇਖਣ ਲਈ ਕਿਉਂਕਿ ਇਹ ਰਿਲੇਸ਼ਨ x n ਪਾਈ ਪਲੱਸ 1 ਦੇ ਇਕੁਅਲ ਹੈ, ਇਸ ਲਈ x ਘੱਟ ਵੈਲਿਊ ਨੂੰ n ਪਾਈ ਵਜੋਂ ਲੈ ਰਿਹਾ ਸੀ n ਪਾਈ ਪਲੱਸ y, ਤਾਂ ਫਿਰ ਇਹ y ਵੈਲਿਊ 0 ਵਜੋਂ ਲਵੇਗਾ ਤਾਂ ਇਹ ਹੁਣ 0 ਤੋਂ ਜਾਏਗਾ। ਅਤੇ ਜਦੋਂ x ਵੈਲਿਊ n ਪਾਈ ਪਲੱਸ a ਪਾਈ ਲੈ ਰਿਹਾ ਸੀ, ਉਸ ਕੇਸ ਵਿੱਚ ਸਾਡੇ ਕੋਲ ਇਹ n ਪਾਈ ਪਲੱਸ y ਹੈ ਤਾਂ y ਦੀ ਵੈਲਿਊ ਪਾਈ ਹੋਵੇਗੀ। ਸਾਡਾ ਇੰਟੀਗਰਲ ਹੁਣ 0 ਤੋਂ ਪਾਈ ਹੈ ਅਤੇ ਇਹ ਐਬਸੋਲਿਊਟ ਵੈਲਿਊ sin ਹੈ ਅਤੇ ਇਹ x n pi ਪਲੱਸ y ਹੈ, ਇਸ ਲਈ ਸਾਡੇ ਕੋਲ n ਪਾਈ ਪਲੱਸ y ਹੈ ਅਤੇ ਇੱਥੇ ਅਸੀਂ x ਲਈ ਜੋ n ਪਾਈ ਪਲੱਸ y ਨੂੰ ਸਬਸਟੀਟਿਊਸ਼ਨ ਕਰ ਦਿੱਤਾ। ਇਨਇਕੁਆਲਿਟੀ a ਦੀ ਇਸ ਇਕੁਆਲਿਟੀ ਦੀ ਅਸੀਂ ਇੱਕ ਹੋਰ ਵਰਤੋਂ ਕਰਾਂਗੇ, ਉਹ sin n ਪਾਈ ਪਲੱਸ y sin n ਪਾਈ ਪਲੱਸ y ਇਕੁਅਲ ਹੈ -1 ਪਾਵਰ n ਅਤੇ sin y ਦੇ, ਕਿਉਂਕਿ ਉਦਾਹਰਣ ਲਈ n 1 ਹੈ, ਇਸ ਲਈ ਸਾਡੇ ਕੋਲ sin ਪਾਈ ਪਲੱਸ y ਹੈ ਜੋ sin y ਹੈ। ਅਤੇ ਸਿਮਿਲਰਲੀ ਦੂਜੇ n ਲਈ ਤਾਂ ਸਾਡੇ ਕੋਲ ਇਹ ਇਨਇਕੁਆਲਿਟੀ ਟ੍ਰਿਗਨੋਮੈਟ੍ਰਿਕ ਇਕੁਆਲਿਟੀ ਹੈ ਜਿਸ ਨੂੰ ਅਸੀਂ ਹੁਣ ਇਸ ਨਿਊਮਰੇਟਰ ਵਿੱਚ ਵਰਤਾਂਗੇ।
ਕਿਉਂਕਿ ਸਾਡੇ ਕੋਲ sin n ਪਾਈ ਪਲਸ y ਹੈ, ਇਸ ਲਈ ਇਸ ਦੀ ਵਰਤੋਂ ਕਰਦੇ ਹੋਏ ਸਾਡੇ ਕੋਲ ਹੁਣ ਨਿਊਮਰੇਟਰ ਵਿੱਚ ਹੈ -1 ਪਾਵਰ n ਅਤੇ ਫਿਰ ਸਾਡੇ ਕੋਲ ਇਹ sin y ਬਟਾ n ਪਾਈ y dy ਉਹੀ ਇੰਟੀਗਰਲ ਹੈ ਜੋ ਇੱਥੇ ਸੀ। ਇਸ sin n ਪਾਈ ਪਲਸ y ਨੂੰ -1 ਪਾਵਰ n sin y ਨਾਲ ਬਦਲ ਦਿੱਤਾ ਜਾਂਦਾ। ਹੁਣ ਇਹ ਸਮੇਸ਼ਨ, ਜਿਵੇਂ ਕਿ ਸਾਡੇ ਕੋਲ 0 ਤੋਂ ਪਾਈ ਹੈ ਅਤੇ ਇਹ -1 ਪਾਵਰ n ਹੈ, ਕਿਉਂਕਿ ਅਸੀਂ ਐਬਸੋਲਿਊਟ ਵੈਲਿਊ ਬਾਰੇ ਗੱਲ ਕਰ ਰਹੇ ਹਾਂ ਤਾਂ ਇਹ ਜਿਵੇਂ ਹੈ ਉਦਾਂ ਹੀ ਰਹੇਗਾ, ਅਤੇ ਇਹ ਦੁਬਾਰਾ sin y ਰਹੇਗਾ। ਇਸ ਲਈ ਇੱਥੇ ਸਾਨੂੰ ਨੋਟ ਕਰਨਾ ਚਾਹੀਦਾ ਹੈ ਕਿ ਅਸੀਂ ਹੁਣ ਵਰਤ ਨਹੀਂ ਰਹੇ ਹਾਂ ਐਬਸੋਲਿਊਟ ਵੈਲਿਊ, ਕਿਉਂਕਿ ਇਹ sin y ਹੈ, ਪੋਜ਼ਿਟਿਵ ਵੈਲਿਊ ਨੂੰ 0 ਤੋਂ ਪਾਈ ਤੱਕ ਲਏਗਾ। ਇਹ ਉੱਥੇ 0 ਵੈਲਿਊ ਲੈਂਦਾ ਹੈ ਅਤੇ ਫਿਰ ਪਾਈ ਬਾਏ 2 1 ਨੂੰ ਅਤੇ ਫਿਰ ਹੌਲੀ-ਹੌਲੀ goes to, ਇਸ ਲਈ ਇਹ ਕਦੇ ਵੀ ਨੈਗੇਟਿਵ ਵੈਲਿਊ ਨੂੰ 0 ਤੋਂ ਪਾਈ ਨਹੀਂ ਲੈਂਦਾ ਹੈ। ਇਸ ਲਈ ਅਸੀਂ ਇੱਥੇ ਇਸ ਐਬਸੋਲਿਊਟ ਵੈਲਿਊ ਨੂੰ ਹਟਾ ਦਿੱਤਾ ਹੈ, ਇਸ ਤਰ੍ਹਾਂ n ਪਾਈ ਪਲਸ y ਅਤੇ dy ਨਾਲ ਵੰਡਿਆ ਗਿਆ ਹੈ। ਇਸ ਕੇਸ ਵਿੱਚ ਹੁਣ ਇਹ ਡਿਨੋਮੀਨੇਟਰ, ਜੇ ਅਸੀਂ ਇੱਥੇ ਇੱਕ ਨਜ਼ਰ ਮਾਰੀਏ ਤਾਂ ਫੇਰ y ਇਸ ਕੇਸ ਵਿੱਚ ਇਸ ਇੰਟੀਗਰਲ ਲਈ 0 ਵੈਲਿਊ ਨੂੰ ਪਾਈ ਵੈਲਿਊ ਲੈ ਰਿਹਾ ਹੈ। ਇਸ ਲਈ ਜੇ ਅਸੀਂ ਇਸ ਇੰਟੀਗਰਲ ਨੂੰ ਵੱਡਾ ਬਣਾਉਣਾ ਚਾਹੁੰਦੇ ਹਾਂ, ਫਿਰ ਇੱਥੇ ਕੁਝ ਹੋਰ ਇੰਟੀਗਰਲ ਹੈ ਤਾਂ ਜੋ ਅਸੀਂ ਇਸ y ਨੂੰ ਵੱਡੀ ਵੈਲਿਊ ਜਾਂ ਇਸ ਡਿਨੋਮੀਨੇਟਰ ਨਾਲ ਬਦਲ ਸਕੀਏ। ਅਸੀਂ ਇੱਥੇ ਪਾਈ ਤੇ ਸਭ ਤੋਂ ਵੱਡੀ ਵੈਲਿਊ ਲਵਾਂਗੇ, ਇਸ ਲਈ ਸਾਡੇ ਕੋਲ n ਪਾਈ ਪਲਸ ਪਾਈ ਹੈ। ਇਸ ਲਈ ਇਸ y ਨੂੰ ਇਸ ਪਾਈ ਦੁਆਰਾ ਬਦਲਿਆ ਗਿਆ ਹੈ ਤਾਂ ਜੋ ਇਹ ਇੱਥੇ ਇੰਟੀਗਰਲ ਇਸ ਇੰਟੀਗਰਲ ਲਈ ਛੋਟਾ ਇੰਟੀਗਰਲ ਬਣ ਜਾਵੇ, ਅਤੇ ਇਸ ਲਈ ਸਾਡੇ ਵਿੱਚ ਇਹ ਇਨਇਕੁਆਲਿਟੀ ਹੈ ਕਿ ਇਹ ਵੱਡਾ ਇੰਟੀਗਰਲ ਹੈ ਕਿਉਂਕਿ ਇਹ ਹੁਣ ਇੰਟੀਗ੍ਰੈਂਡ ਦੀ ਘੱਟ ਵੈਲਿਊ ਲੈ ਰਿਹਾ ਹੈ। ਕਿਉਂਕਿ ਇਸ ਡਿਨੋਮੀਨੇਟਰ ਨੂੰ ਇੱਥੇ ਸਭ ਤੋਂ ਘੱਟ ਵੈਲਿਊ ਨਾਲ ਬਦਲਿਆ ਗਿਆ ਸੀ, ਇੱਥੇ ਸਭ ਤੋਂ ਹਾਈਐਸਟ ਵੈਲਿਊ ਜੋ ਕਿ ਉੱਥੇ ਪਾਈ ਹੈ ਤਾਂ n ਪਾਈ ਪਲਸ ਪਾਈ, ਇਸ ਲਈ ਇਹ ਛੋਟਾ ਇੰਟੀਗਰਲ ਹੈ। ਅਤੇ ਹੁਣ ਇੱਥੇ ਇਹ ਕੁਝ ਵੀ ਨਹੀਂ ਹੈ ਕਿਉਂਕਿ ਇੱਥੇ ਕੋਈ y ਨਹੀਂ ਹੈ, ਇਸ ਲਈ ਅਸੀਂ ਇਸ ਨੂੰ ਬਾਹਰ ਕੱਢ ਸਕਦੇ ਹਾਂ, ਇਸ ਲਈ ਸਾਡੇ ਕੋਲ n ਹੈ। ਇਸ ਪਾਈ ਨੂੰ ਅਸੀਂ ਬਾਹਰ ਕੱਢ ਸਕਦੇ ਹਾਂ, ਇਸ ਲਈ ਸਾਡੇ ਕੋਲ ਪਾਈ ਅਤੇ ਇੰਟੀਗਰਲ ਨੂੰ ਵੀ ਅਸੀਂ ਮੁਲਾਂਕਣ ਕਰ ਸਕਦੇ ਹਾਂ, ਇਸ ਲਈ ਸਾਡੇ ਕੋਲ ਇਹ ਸਮੇਸ਼ਨ n goes 0 ਤੋਂ ਇਨਫਿਨਿਟੀ ਅਤੇ 1 ਬਟਾ n ਰਹੇਗਾ ਜਿਵੇਂ ਕਿ ਇਹ ਹੈ। ਇਸ ਲਈ ਸਾਡੇ ਕੋਲ ਇੱਥੇ ਇਹ ਪਾਈ ਵੀ ਹੈ 1 ਬਟਾ ਪਾਈ ਅਤੇ ਇਹ n ਪਲਸ 1 ਤਾਂ 1 ਬਟਾ ਪਾਈ ਅਤੇ n ਪਲਸ 1, ਜਾਂ ਦੁਬਾਰਾ ਮੈਨੂੰ ਲਿਖਣ ਦਿਓ ਤਾਂ ਸਾਡੇ ਕੋਲ ਇਹ ਸਮੇਸ਼ਨ n goes 0 ਤੋਂ ਇਨਫਿਨਿਟੀ ਅਤੇ ਇਹ 1 ਬਟਾ ਪਾਈ ਅਤੇ n ਪਲਸ 1 ਅਤੇ ਪਾਈ ਤੋਂ ਇੰਟੀਗਰਲ 0 ਹੈ ਅਤੇ ਸਾਡੇ ਕੋਲ ਇਹ sin y dx ਹੈ। ਇਹ ਮਾਈਨਸ cos y ਹੋਵੇਗਾ ਅਤੇ ਫਿਰ 0 ਤੋਂ ਪਾਈ ਤਾਂ ਅਸੀਂ ਇੱਕ ਸਬਸਟੀਟਿਊਟ ਕਰਦੇ ਹਾਂ, ਸਾਡੇ ਕੋਲ ਦੁਬਾਰਾ ਮਾਈਨਸ 1 ਹੋਵੇਗਾ, ਇਸ ਲਈ ਮਾਈਨਸ ਮਾਈਨਸ ਪਲਸ ਹੋਵੇਗਾ ਅਤੇ ਫਿਰ ਮਾਈਨਸ ਮਾਈਨਸ ਪਲਸ ਹੋਵੇਗਾ, ਫਿਰ ਤੋਂ 1 ਕਹਾਂਗੇ ਤਾਂ ਫਿਰ ਸਾਡੇ ਕੋਲ ਇੱਥੇ ਵੈਲਿਊ 2 ਹੈ, ਇਸ ਨੂੰ 2 ਨਾਲ ਬਦਲਿਆ ਗਿਆ ਹੈ, ਇਸ ਲਈ ਸਾਡੇ ਕੋਲ 2 ਬਟਾ ਪਾਈ ਦੀ ਵੈਲਿਊ ਹੈ ਅਤੇ ਇਹ ਸਮੇਸ਼ਨ ਬਟਾ 1 ਬਟਾ n ਪਲਸ 1 ਇਹ ਇੰਟੀਗਰਲ ਇਸ 1 ਦੇ ਇਕੁਅਲ ਹੈ ਅਤੇ ਇਹ ਇੱਥੇ ਇਹ ਮਸ਼ਹੂਰ ਸੀਰੀਜ਼ ਹੈ ਜੋ ਇੱਕ ਡਾਇਵਰਜੈਂਟ ਸੀਰੀਜ਼ ਹੈ, ਤਾਂ ਇਸ ਦਾ ਮਤਲਬ ਹੋਇਆ ਕਿ ਇਹ ਜੋੜ ਇੱਥੇ ਇਨਫਿਨਿਟੀ ਹੈ। ਇਸ ਲਈ ਅਸੀਂ ਵੇਖਿਆ ਹੈ ਕਿ ਇਹ ਇੰਟੀਗਰਲ ਹੈ ਜੋ ਅਸੀਂ ਐਬਸੋਲਿਊਟ ਵੈਲਿਊ ਨਾਲ ਆਰੰਭ ਕੀਤਾ ਹੈ, ਇਹ ਇਸ ਸੀਰੀਜ਼ ਦੇ ਇਹ ਜੋੜ ਜੋ ਇਨਫਿਨਿਟੀ ਤੋਂ ਵੱਡਾ ਹੈ। ਇਸ ਦਾ ਮਤਲਬ ਇਹ ਹੈ ਕਿ ਇਹ ਇੰਟੀਗਰਲ ਇਹ ਡਾਇਵਰਜੈਂਟ ਇੰਟੀਗਰਲ ਹੈ ਕਿਉਂਕਿ ਇਸ ਇੰਟੀਗਰਲ ਦੀ ਵੈਲਿਊ ਵੀ ਇਸ ਜੋੜ ਦੀ ਵੈਲਿਊ ਨਾਲੋਂ ਵੱਡੀ ਹੋਵੇਗੀ ਜੋ ਪਹਿਲਾਂ ਹੀ ਇਨਫਿਨਿਟੀ ਤੱਕ ਆ ਰਹੀ ਹੈ। ਉਸ ਕੇਸ ਵਿੱਚ ਸਾਡੇ ਕੋਲ ਇਹ ਇੰਪ੍ਰੋਪਰ ਇੰਟੀਗਰਲ ਹੈ। ਦਿੱਤਾ ਗਿਆ ਇੰਟੀਗਰਲ ਇਸ ਨੂੰ ਡਾਇਵਰਜ ਕਰਦਾ ਹੈ। ਕਨਕਲੂਜਨ ਸਾਡੇ ਕੋਲ ਡਿਰਿਕਲੇਟ ਟੈਸਟ ਹੈ। ਜੇਕਰ ਅਸੀਂ ਇੱਕ ਤੋਂ ਵੱਧ ਸਾਰੇ b ਲਈ ਇਸ ਇੰਟੀਗਰਲ ਦੀ ਯੂਨੀਫਾਰਮ ਅਨਬਾਊਂਡਡਨੈਸ ਦਿਖਾ ਸਕਦੇ ਹਾਂ ਅਤੇ g ਮੋਨੋਟੋਨ 0 ਤੱਕ ਘਟਦਾ ਜਾ ਰਿਹਾ ਹੈ, ਜਿਵੇਂ ਕਿ x ਇਨਫਿਨਿਟੀ ਤੱਕ ਪਹੁੰਚਦਾ ਹੈ, ਤਾਂ ਸਾਡੇ ਕੋਲ ਇਹ ਪ੍ਰੋਡਕਟ ਇੰਟੀਗਰੈਂਟ a ਤੋਂ ਇਨਫਿਨਿਟੀ ਵਿੱਚ ਇਸ dx ਨੂੰ ਕਨਵਰਜ ਕਰਦਾ ਹੈ ਅਤੇ ਅਸੀਂ ਉੱਥੇ ਐਬਸੋਲਿਊਟ ਕਨਵਰਜੈਂਸ ਬਾਰੇ ਵੀ ਚਰਚਾ ਕੀਤੀ ਹੈ ਅਤੇ ਅਸੀਂ ਇਹ ਚੰਗਾ ਉਦਾਹਰਣ ਵੇਖਿਆ ਹੈ ਜੋ ਐਬਸੋਲਿਊਟਲੀ ਕਨਵਰਜ ਨਹੀਂ ਹੁੰਦਾ, ਪਰ ਜੇ ਅਸੀਂ ਇੰਟੀਗਰੈਂਟ ਲਈ ਇਹ ਐਬਸੋਲਿਊਟ ਵੈਲਿਊ ਨਹੀਂ ਲੈਂਦੇ ਹਾਂ ਇਹ ਕਨਵਰਜ ਹੋ ਜਾਂਦਾ ਹੈ। ਇਹ ਇਹਨਾਂ ਲੈਕਚਰਾਂ ਨੂੰ ਤਿਆਰ ਕਰਨ ਲਈ ਵਰਤੇ ਗਏ ਰੈਫਰੈਂਸ ਹਨ ਅਤੇ ਤੁਹਾਡਾ ਧੰਨਵਾਦ।